ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ, ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਮੈਥ ਦੇ ਜਿਹੜਾ ਇੱਕ ਇੰਪੋਰਟੈਂਟ ਟੌਪਿਕ ਹੈ, ਆਪਾਂ ਜਿਓਮੈਟਰੀ ਦੇ ਬਾਰੇ ਗੱਲ ਕਰਾਂਗੇ। ਸੋ ਇਹਦੇ ਵਿੱਚੋਂ ਕਈ ਵਾਰ ਜਿਹੜੇ ਇਹਦੇ ਵਿੱਚੋਂ ਇੱਕ ਦੋ ਕੁਐਸਚਨਸ ਹਮੇਸ਼ਾ ਜਿਹੜੇ ਹਰ ਸਾਲ ਬਣ ਹੀ ਜਾਂਦੇ ਨੇ, ਠੀਕ ਹੈ ਜੀ। ਸੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਸ਼ੁਰੂ ਕਰੀਏ, ਜੋ ਵੀ ਇਸ ਚੈਨਲ 'ਤੇ ਅੱਜ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀ ਵੀਡੀਓਜ਼ ਹੋਣਗੀਆਂ ਮੈਂ ਅਪਲੋਡ ਕਰਾਂਗਾ ਉਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਜਿਹੜੀ ਸਭ ਤੋਂ ਪਹਿਲਾਂ ਮਿਲੇ, ਠੀਕ ਹੈ ਜੀ। ਸੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਆਪਾਂ ਅੱਜ ਬੇਸਿਕ ਜਿਹੜੀ ਹੈ, ਬੇਸਿਕ ਨੌਲੇਜ ਜਿਹੜੀ ਹੈ ਜਿਓਮੈਟਰੀ ਦੀ, ਠੀਕ ਹੈ, ਨਾਲ ਇਹਦੇ ਕੁਐਸਚਨਸ ਵੀ ਆਪਾਂ ਦੇਖਾਂਗੇ ਕਿ ਕਿਵੇਂ ਕਈ ਵਾਰ ਕੁਐਸਚਨਸ ਬਣਦੇ ਨੇ, ਠੀਕ ਹੈ ਜੀ। ਸੋ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਜਿਹੜੇ ਡਿਫਿਕਲਟ ਸਮ ਹੈ ਕਈ ਵਾਰ ਅਸੀਂ ਉਹ ਕਰ ਲੈਂਦੇ ਹਾਂ, ਪਰ ਕਈ ਵਾਰ ਮੈਂ ਦੇਖਿਆ ਮੇਰੇ ਨਾਲ ਵੀ ਇੱਦਾਂ ਹੋਇਆ ਸੀ ਕਿ ਕਈ ਵਾਰ ਜਿਹੜੇ ਬੇਸਿਕ ਕੁਐਸਚਨਸ ਆ ਜਾਂਦੇ ਨੇ ਅਸੀਂ ਉਹਦੇ ਵਿੱਚ ਕਨਫਿਊਜ਼ ਹੋ ਜਾਂਦੇ ਹਾਂ, ਅਤੇ ਉਹ ਕਨਫਿਊਜ਼ ਅਸੀਂ ਇੰਨੇ ਹੋ ਜਾਂਦੇ ਹਾਂ ਕਿ ਕਈ ਵਾਰ ਸਾਡੇ ਉੱਥੇ 4 ਤੋਂ ਜਿਹੜੇ 5 ਮਿੰਟ ਹੈ, ਠੀਕ ਹੈ ਜੀ, ਇਹ ਇੱਦਾਂ ਹੀ ਸਾਡੇ ਵੇਸਟ ਹੋ ਜਾਂਦੇ ਨੇ, ਠੀਕ ਹੈ ਨਾ। ਸੋ ਦੇਖੋ ਆਪਾਂ ਡਿਫਿਕਲਟ ਕੁਐਸਚਨ ਕਰ ਲੈਂਦੇ ਹਾਂ, ਪਰ ਬੇਸਿਕ ਜਿਹੜੇ ਈਜ਼ੀ ਕੁਐਸਚਨ ਹੁੰਦੇ ਉਹਨਾਂ 'ਚ ਅਸੀਂ ਕਈ ਵਾਰ ਕਨਫਿਊਜ਼ ਹੋ ਜਾਂਦੇ ਹਾਂ। ਸੋ ਉਹਦਾ ਕਾਰਨ ਇੱਕੋ ਹੀ ਹੈ ਕਿ ਸਾਡੇ ਕੋਲ ਜਿਹੜੀ ਬੇਸਿਕ ਨੌਲੇਜ ਹੈ ਜਿਹੜੀ, ਠੀਕ ਹੈ, ਆਪਾਂ ਨੂੰ ਉਹਦੇ ਬਾਰੇ ਜਿਹੜਾ ਇੰਨੀ ਨਹੀਂ ਪਤਾ ਹੁੰਦਾ, ਠੀਕ ਹੈ ਜੀ। ਸੋ ਆਪਾਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਉਸ ਚੀਜ਼ ਨੂੰ ਆਪਾਂ ਕਵਰ ਕਰੀਏ, ਠੀਕ ਹੈ ਜੀ। ਸੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸੋ ਦੇਖੋ ਜਿਓਮੈਟਰੀ ਦੇ ਵਿੱਚ ਜਿਹੜਾ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ, ਆਪਾਂ 2D ਤੋਂ ਸ਼ੁਰੂ ਕਰਾਂਗੇ, ਠੀਕ ਹੈ ਜੀ। 2 ਡਾਇਮੈਂਸ਼ਨਲ ਤੋਂ ਆਪਾਂ ਸ਼ੁਰੂ ਕਰਾਂਗੇ, ਠੀਕ ਹੈ ਜੀ। ਦੇਖੋ ਕੋਈ ਵੀ ਸਰਫੇਸ ਹੈ, ਠੀਕ ਹੈ, ਜਿਵੇਂ ਅਸੀਂ ਕਹਿ ਦਿੰਦੇ ਹਾਂ ਜਿਵੇਂ ਪੇਪਰ ਹੈ, ਠੀਕ ਹੈ, ਪੇਪਰ ਹੈ, ਜਿਵੇਂ ਬਲੈਕ ਬੋਰਡ ਹੈ ਅਸੀਂ ਦੇਖਦੇ ਹਾਂ, ਠੀਕ ਹੈ ਜੀ। ਜਿਵੇਂ ਹੁਣ ਤੁਸੀਂ ਆਹ ਵਾਲਾ ਜਿਹੜਾ ਪੈਡ ਆ ਜਿਸ 'ਤੇ ਮੈਂ ਲਿਖ ਰਿਹਾ, ਤੁਸੀਂ ਇਹ ਦੇਖ ਰਹੇ ਹਾਂ, ਇਹ ਸਾਰੇ ਜਿਹੜੇ ਕੀ ਨੇ ਇਹ 2 ਡਾਇਮੈਂਸ਼ਨਲ ਨੇ, ਠੀਕ ਹੈ। ਮਤਲਬ ਜਿਹੜੇ ਪਲੇਨ ਸਰਫੇਸ ਹੁੰਦੇ ਨੇ, ਜਿਹੜੇ ਫਲੈਟ ਸਰਫੇਸ ਹੁੰਦੇ ਨੇ, ਉਹ ਕਿਹੜੇ ਹੁੰਦੇ ਆ ਜੀ, 2 ਡਾਇਮੈਂਸ਼ਨਲ ਹੁੰਦੇ ਆ, ਠੀਕ ਹੈ ਜੀ। ਸੋ ਦੇਖੋ 2 ਡਾਇਮੈਂਸ਼ਨਲ ਦੇ ਵਿੱਚ ਅਗਰ ਜਿਹੜਾ ਸਭ ਤੋਂ ਪਹਿਲਾਂ ਆਪਾਂ ਇੱਕ ਜਿਹੜੀ ਡੈਫੀਨੇਸ਼ਨ ਜਿਹੜਾ ਦੇਖਦੇ ਹਾਂ, ਉਹ ਸਭ ਤੋਂ ਜਿਹੜਾ ਪਹਿਲੇ ਨੰਬਰ 'ਤੇ ਕੀ ਆਉਂਦਾ ਆ ਕਿ ਵਟ ਇਜ਼ ਪੁਆਇੰਟ, ਠੀਕ ਹੈ ਜੀ, ਕਿ ਪੁਆਇੰਟ ਕੀ ਆ। ਜਿਵੇਂ ਦੇਖੋ ਆ ਇੱਕ ਆਪਾਂ ਪੁਆਇੰਟ ਹੈ ਕੋਈ ਵੀ ਪਲੇਨ 'ਤੇ, ਕਿ ਇਹ ਪੁਆਇੰਟ ਕੀ ਆ। ਦੇਖੋ ਅ ਪੁਆਇੰਟ ਇਜ਼ ਐਨ ਐਗਜ਼ੈਕਟ ਪੋਜੀਸ਼ਨ, ਠੀਕ ਹੈ। ਪੁਆਇੰਟ ਕੀ ਆ, ਇੱਕ ਐਗਜ਼ੈਕਟ ਪੋਜੀਸ਼ਨ ਆ, ਠੀਕ ਹੈ ਜੀ, ਵਿਚ ਹੈਜ਼ ਨੋ ਲੈਂਥ ਐਂਡ ਨੋ ਬ੍ਰੈਥ। ਦੇਖੋ ਪੁਆਇੰਟ ਦੀ ਕੋਈ ਲੈਂਥ ਨਹੀਂ ਹੁੰਦੀ, ਪੁਆਇੰਟ ਦੀ ਕੋਈ ਬ੍ਰੈਥ ਨਹੀਂ ਹੁੰਦੀ, ਠੀਕ ਹੈ ਜੀ। ਸੋ ਦੇਖੋ ਜਿਹੜਾ ਪਲੇਨ ਹੈ, ਪਲੇਨ ਦੇ ਵਿੱਚ ਅਗਰ ਕੋਈ 2 ਪੁਆਇੰਟ ਨੇ, ਪਲੇਨ ਦੇ ਵਿੱਚ ਅਗਰ ਕੋਈ 2 ਪੁਆਇੰਟ ਨੇ, ਠੀਕ ਹੈ, ਥਰੂ ਅ ਗਿਵਨ ਪੁਆਇੰਟ ਇਨ ਪਲੇਨ, ਠੀਕ ਹੈ, ਮੈਨੀ ਲਾਈਨਸ ਕੈਨ ਬੀ ਡਰਾਨ, ਠੀਕ ਹੈ। ਅਸੀਂ ਕੋਈ ਇੱਕ ਪੁਆਇੰਟ ਤੋਂ ਵੀ ਕਿਸੇ ਪਲੇਨ ਤੋਂ ਅਸੀਂ ਬਹੁਤ ਜ਼ਿਆਦਾ ਲਾਈਨਸ ਜਿਹੜੀਆਂ ਡਰਾ ਕਰ ਸਕਦੇ ਹਾਂ, ਠੀਕ ਹੈ। ਇੱਕ ਪੁਆਇੰਟ ਤੋਂ ਵੀ ਦੇਖੋ ਅਸੀਂ ਕਿਸੇ ਵੀ ਪਾਸੇ ਲਾਈਨ ਜਿਹੜੀ ਹੈ ਡਰਾ ਕਰ ਸਕਦੇ ਹਾਂ, ਠੀਕ ਹੈ। ਸੋ ਜਿਹੜੀ ਲਾਈਨ ਹੈ, ਦੇਖੋ ਲਾਈਨ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਕੀ ਹੈ ਕਿ ਵੀ ਕੈਨ ਡਰਾ ਓਨਲੀ 1 ਲਾਈਨ ਪਾਸਿੰਗ ਥਰੂ 2 ਡਿਫਰੈਂਟ ਪੁਆਇੰਟਸ। ਦੇਖੋ ਲਾਈਨ ਤਾਂ ਸਿੰਪਲ ਹੋ ਗਈ ਕਿ ਦੇਖੋ ਕੋਈ ਵੀ 2 ਪੁਆਇੰਟਸ ਨੇ, ਉਹਨਾਂ ਦੋਨੋਂ ਪੁਆਇੰਟਸ ਦਾ ਜਿਹੜਾ ਵਿੱਚ ਡਿਫਰੈਂਸ ਹੈ, ਠੀਕ ਹੈ, ਅਗਰ ਅਸੀਂ 2 ਪੁਆਇੰਟਸ ਨੂੰ ਜੁਆਇੰਟ ਕਰ ਦਿੰਦੇ ਹਾਂ, ਠੀਕ ਹੈ, ਉਹ ਇੱਕ ਲਾਈਨ ਬਣ ਜਾਂਦੀ ਹੈ, ਠੀਕ ਹੈ ਜੀ। ਬਟ ਇੱਕ ਮਤਲਬ ਇੱਕ ਪੁਆਇੰਟ ਹੈ ਕਿ ਅਸੀਂ ਜਿਹੜੇ 2 ਡਿਫਰੈਂਟ ਪੁਆਇੰਟ ਨੇ ਕਿਸੇ ਵੀ ਪਲੇਨ 'ਤੇ, ਅਸੀਂ ਐਟ ਏ ਟਾਈਮ ਜਿਹੜਾ ਹੈ ਉਹਦੇ 'ਚੋਂ ਇੱਕੋ ਲਾਈਨ ਹੀ ਡਰਾ ਕਰ ਸਕਦੇ। ਦੇਖੋ ਜਿਵੇਂ ਆਹ ਪੁਆਇੰਟ ਤੋਂ ਅਸੀਂ ਇੱਕ ਲਾਈਨ ਜਿਹੜੀ ਡਰਾ ਕੀਤੀ ਹੈ, ਅਸੀਂ ਐਟ ਏ ਟਾਈਮ ਇੱਕੋ ਲਾਈਨ ਡਰਾ ਕਰ ਸਕਦੇ ਹਾਂ, ਠੀਕ ਹੈ। ਓਨਲੀ 1 ਲਾਈਨ ਕੈਨ ਬੀ ਡਰਾਨ ਥਰੂ 2 ਡਿਫਰੈਂਟ ਪੁਆਇੰਟਸ, ਠੀਕ ਹੈ ਜੀ। ਸੋ ਇਸ ਤੋਂ ਅੱਗੇ ਜਿਹੜੀ ਗੱਲ ਕਰਦੇ ਹਾਂ ਉਹ ਆਉਂਦਾ ਹੈ ਜੀ ਇੰਟਰਸੈਕਟਿੰਗ ਲਾਈਨਸ, ਠੀਕ ਹੈ। ਇਫ 2 ਲਾਈਨਸ ਇੰਟਰਸੈਕਟ ਈਚ ਅਦਰ, ਕੋਈ 2 ਲਾਈਨਸ ਨੇ, ਅਗਰ ਉਹ 2 ਲਾਈਨਸ ਇੱਕ ਦੂਜੇ ਨੂੰ ਕੀ ਕਰਦੀਆਂ ਨੇ, ਇੰਟਰਸੈਕਟ ਕਰ ਰਹੀਆਂ ਨੇ, ਸੋ ਉਹ ਜਿਹੜੀਆਂ ਲਾਈਨਸ ਹੈ ਉਹ ਕੀ ਹੋਣਗੀਆਂ, ਉਹ ਹੁੰਦੀਆਂ ਨੇ ਜੀ ਇੰਟਰਸੈਕਟਿੰਗ ਲਾਈਨਸ, ਠੀਕ ਹੈ ਜੀ। ਸੋ ਇਸ ਤੋਂ ਅੱਗੇ ਦੇਖਦੇ ਹਾਂ ਇੰਟਰਸੈਕਟਿੰਗ ਲਾਈਨਸ ਤੋਂ ਬਾਅਦ ਕੀ ਆਉਂਦਾ ਹੈ। ਦੇਖੋ ਇੰਟਰਸੈਕਟਿੰਗ ਲਾਈਨ ਤੋਂ ਬਾਅਦ ਆਪਾਂ ਲਾਈਨ ਵੀ ਪੜ੍ਹ ਲਈ ਹੈ, ਠੀਕ ਹੈ ਜੀ। ਇਹ ਤੋਂ ਅੱਗੇ ਆ ਜਾਂਦੇ ਨੇ ਇੱਕ ਇੰਪੋਰਟੈਂਟ ਹੈ ਜੋ ਹਮੇਸ਼ਾ ਮੈਂ ਦੇਖਿਆ ਹੈ ਕਿ ਇੱਕ ਅੱਧਾ ਕੁਐਸਚਨ ਜਿਹੜਾ ਹੈ ਉਹ ਇਹਦੇ ਵਿੱਚੋਂ ਜ਼ਰੂਰ ਪੁੱਛਦੇ ਆ, ਕੋਲੀਨੀਅਰ ਪੁਆਇੰਟਸ ਕਿਹੜੇ ਹੁੰਦੇ ਆ।
ਕੁਲੀਨੀਅਰ ਔਰ ਨॉन ਕੁਲੀਨੀਅਰ। ਠੀਕ ਹੈ ਜੀ। ਸੋ ਆਪਾਂ ਇਹਨਾਂ ਦੋਨਾਂ ਨੂੰ ਦੇਖਦੇ ਹਾਂ। ਦੇਖੋ ਕੁਲੀਨੀਅਰ ਪੁਆਇੰਟਸ ਕਿਹੜੇ ਹੁੰਦੇ ਆ। ਕੁਲੀਨੀਅਰ ਪੁਆਇੰਟਸ ਹੁੰਦੇ ਆ ਕਿ 3 ਔਰ ਮੋਰ ਦੈਨ 3 ਪੁਆਇੰਟਸ ਆਰ ਨੋਨ ਐਜ਼ ਕੁਲੀਨੀਅਰ। ਠੀਕ ਹੈ, ਇਫ ਦੇ ਲਾਈ ਔਨ ਅ ਸਟ੍ਰੇਟ ਲਾਈਨ। ਕੁਲੀਨੀਅਰ ਪੁਆਇੰਟਸ ਉਹ ਹੁੰਦੇ ਆ 3 ਜਾਂ 3 ਤੋਂ ਵੱਧ ਵੀ ਹੋ ਸਕਦੇ ਆ, ਪਰ ਉਹ ਸਟ੍ਰੇਟ ਲਾਈਨ ਦੇ ਵਿੱਚ ਹੋਣ। ਠੀਕ ਹੈ, ਮਤਲਬ ਉਹ ਮੰਨ ਲਓ ਕੋਈ ਸਾਡੇ ਕੋਲ 3 ਪੁਆਇੰਟ ਆ, ਦੇਖੋ ਇਹ ਸਟ੍ਰੇਟ ਲਾਈਨ ਦੇ ਵਿੱਚ, ਮਤਲਬ ਅਸੀਂ ਅੱਗੇ ਜੇਕਰ ਇਹਨਾਂ ਨੂੰ ਮਿਲਾਈਏ ਤਾਂ ਇੱਕ ਸਟ੍ਰੇਟ ਲਾਈਨ ਜਿਹੜੀ ਬਣ ਜਾਂਦੀ ਹੈ। ਠੀਕ ਹੈ, ਸੋ ਇਹਨੂੰ ਹੀ ਆਪਾਂ ਕੀ ਕਹਿ ਦਿੰਦੇ ਹਾਂ ਜੀ, ਕੁਲੀਨੀਅਰ ਪੁਆਇੰਟ। ਕੁਲੀਨੀਅਰ ਮਤਲਬ ਜਿਹੜੇ ਇੱਕ ਲੀਨੀਅਰ, ਠੀਕ ਹੈ, ਮਤਲਬ ਇੱਕੋ ਲਾਈਨ ਦੇ ਵਿੱਚ, ਸਟ੍ਰੇਟ ਲਾਈਨ ਦੇ ਵਿੱਚ ਜਿਹੜੇ 3 ਪੁਆਇੰਟ ਜਿਹੜੇ ਉਹ ਮੌਜੂਦ ਹੋਣ, ਆਪਾਂ ਉਹਨਾਂ ਨੂੰ ਕੀ ਕਹਿ ਦਿੰਦੇ ਹਾਂ। ਹੁਣ ਜਿਵੇਂ ਕੋਈ ਵੀ ਆਪਾਂ ਕਹਿ ਸਕਦੇ ਹਾਂ ਇੱਕ ਲਾਈਨ ਹੈ, ਠੀਕ ਹੈ, ਇਹਦੇ ਵਿੱਚ ਆ 3 ਪੁਆਇੰਟ ਆਪਾਂ ਬਣਾਏ ਨੇ, ਠੀਕ ਹੈ ਜੀ, A B ਔਰ C। ਸੋ A B ਜਿਹੜੇ ਸੀ ਇਹ ਕਿਹੜੇ ਪੁਆਇੰਟ ਹੋ ਗਏ, ਇਹ ਹੋ ਗਏ ਜੀ ਕੁਲੀਨੀਅਰ ਪੁਆਇੰਟ, ਕੁਲੀਨੀਅਰ ਪੁਆਇੰਟਸ। ਠੀਕ ਹੈ ਜੀ। ਸੋ ਨੋਨ ਕੁਲੀਨੀਅਰ ਕਿਹੜੇ ਹੋ ਗਏ ਕਿ ਜਿਹੜੇ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਹੈਗੇ। ਠੀਕ ਹੈ ਜੀ, ਉਹ ਕਿਹੜੇ ਹੋ ਜਾਂਦੇ ਆ ਜੀ, ਨੋਨ ਕੁਲੀਨੀਅਰ ਪੁਆਇੰਟਸ। ਠੀਕ ਹੈ, ਸੋ ਇਹ ਦੋਨਾਂ 'ਚ ਬਸ ਇਹੀ ਮੇਨ ਡਿਫਰੈਂਸ ਹੈ, ਇਹ ਅਸੀਂ ਹਮੇਸ਼ਾ ਬੜਾ ਜਿਹੜਾ ਹੈ ਯਾਦ ਰੱਖਣਾ ਹੈ। ਠੀਕ ਹੈ ਜੀ। ਹੁਣ ਉਹ ਤੋਂ ਅੱਗੇ ਆ ਜਾਂਦੀ ਜੀ ਲਾਈਨ ਸੈਗਮੈਂਟ ਕੀ ਹੁੰਦੀ ਹੈ। ਦੇਖੋ ਲਾਈਨ ਔਰ ਲਾਈਨ ਸੈਗਮੈਂਟ ਦੇ ਵਿੱਚ ਜਿਹੜਾ ਬਿਲਕੁਲ ਸਿੰਪਲ ਡਿਫਰੈਂਸ ਹੈ, ਲਾਈਨ ਸੈਗਮੈਂਟ ਉਦੋਂ ਹੀ ਹੋਵੇਗੀ ਜਦੋਂ ਸਾਡੇ ਕੋਲ ਲਾਈਨ ਹੋਵੇਗੀ। ਦੇਖੋ ਕੋਈ ਵੀ ਸਾਡੇ ਕੋਲ A B ਲਾਈਨ ਹੈ, ਸੈਗਮੈਂਟ ਕੀ ਹੁੰਦੇ ਆ, ਦੇਖੋ ਜਿਵੇਂ ਇਹ ਲਾਈਨ ਦੇ ਵਿੱਚ ਅਸੀਂ ਜੇ ਦੇਖੋ 3 ਪੁਆਇੰਟ ਅਸੀਂ ਡਰਾ ਕਰ ਦਈਏ। ਠੀਕ ਹੈ, ਹੁਣ ਦੇਖੋ ਇਹ ਲਾਈਨ ਦੇ ਕਿੰਨੇ ਸੈਗਮੈਂਟ ਹੋ ਗਏ, ਲਾਈਨ ਕਿੰਨੇ ਹਿੱਸਿਆਂ 'ਚ ਡਿਵਾਈਡ ਹੋ ਗਈ। ਦੇਖੋ ਲਾਈਨ, ਦੇਖੋ ਇੱਕ ਤਾਂ ਇਹ ਹੋ ਗਿਆ, ਦੇਖੋ ਮੈਂ ਤੁਹਾਨੂੰ ਇੱਕ ਵਾਰ ਇੱਦਾਂ ਸ਼ੋਅ ਕਰਾ ਦੇਵਾਂ। ਦੇਖੋ ਸਾਡੇ ਕੋਲ ਆ ਇੱਕ ਹਿੱਸਾ ਹੋ ਗਿਆ, ਇੱਕ ਆ ਹਿੱਸਾ ਹੋ ਗਿਆ, ਆ ਹਿੱਸਾ, ਔਰ ਮਤਲਬ ਲਾਈਨ 4 ਹਿੱਸਿਆਂ 'ਚ ਡਿਵਾਈਡ ਹੋ ਗਈ ਅਗਰ ਅਸੀਂ ਇਹਨੂੰ ਇੱਦਾਂ ਦੇਖੀਏ ਤਾਂ। ਦੇਖੋ ਸੋ ਜਿਹੜੇ ਇਹੀ ਨੇ, ਇਹ ਕੀ ਨੇ, ਸੈਗਮੈਂਟ ਨੇ। ਸੋ ਇਹਨੂੰ ਹੀ ਅਸੀਂ ਲਾਈਨ ਸੈਗਮੈਂਟ ਕਹਿ ਦਿੰਦੇ ਹਾਂ। ਠੀਕ ਹੈ, ਮਤਲਬ ਅਗਲੇ ਅਸੀਂ ਇਹਨਾਂ ਨੂੰ ਵੀ ਕੋਈ ਨਾਮ ਦੇ ਦਈਏ, A B, ਇਹਨੂੰ C ਦੇ ਦਈਏ, D ਔਰ E। ਸੋ ਜਿਹੜੇ C D A C D ਇਹ ਕੀ ਹੈ ਜੀ, ਇਹ A B ਲਾਈਨ ਦੇ ਜਿਹੜੇ ਸੈਗਮੈਂਟਸ ਨੇ। ਠੀਕ ਹੈ ਜੀ। ਸੋ ਉਮੀਦ ਹੈ ਕਿ ਲਾਈਨ ਔਰ ਲਾਈਨ ਸੈਗਮੈਂਟ ਦਾ ਜਿਹੜਾ ਡਿਫਰੈਂਸ ਹੈ ਉਹ ਤੁਹਾਨੂੰ ਪਤਾ ਲੱਗ ਜਾਏਗਾ। ਬਸ ਇਹ ਯਾਦ ਰੱਖਣਾ ਹੈ, ਲਾਈਨ ਸੈਗਮੈਂਟ ਉਦੋਂ ਹੀ ਹੋਵੇਗੀ ਜਦੋਂ ਕੋਈ ਲਾਈਨ ਹੋਵੇਗੀ, ਕਿਉਂਕਿ ਲਾਈਨ ਸੈਗਮੈਂਟ ਇਜ਼ ਅ ਪਾਰਟ ਆਫ ਲਾਈਨ। ਠੀਕ ਹੈ, ਸੋ ਅੱਗੇ ਚੱਲਦੇ ਹਾਂ। ਸੋ ਲਾਈਨ ਤੋਂ ਬਾਅਦ ਇੱਕ ਆ ਜਾਂਦੇ ਜੀ ਰੇ। ਠੀਕ ਹੈ ਜੀ, ਆ ਜਾਂਦੀ ਹੈ ਜੀ ਰੇ। ਰੇ ਕੀ ਹੁੰਦੀ ਹੈ, ਰੇ ਨੂੰ ਅਸੀਂ ਸਿੰਪਲ ਯਾਦ ਰੱਖੀਏ ਕਿ ਰੇ ਹੈਜ਼ 1 ਇਨੀਸ਼ੀਅਲ ਪੁਆਇੰਟ ਔਰ 1 ਐਂਡ ਪੁਆਇੰਟ। ਮਤਲਬ ਅਗਰ ਅਸੀਂ ਇਹਨੂੰ ਡਿਨੋਟ ਕਰੀਏ, ਠੀਕ ਹੈ, ਇਹਦਾ ਇੱਕ ਇਨੀਸ਼ੀਅਲ ਪੁਆਇੰਟ ਹੁੰਦਾ ਹੈ। ਠੀਕ ਹੈ, ਮਤਲਬ ਕਿ ਇਸ ਵਾਲੇ ਜਿਹੜਾ ਰਾਈਟ ਹਿੱਸਾ ਹੈ ਇਹਦੇ ਵਿੱਚ ਇਹ ਲੈਂਥ ਕਿੱਥੇ ਤੱਕ ਵੀ ਜਾ ਸਕਦੀ ਹੈ, ਇਨਫਿਨਿਟੀ ਤੱਕ ਜਾ ਸਕਦੀ ਹੈ। ਠੀਕ ਹੈ, ਪਰ ਇਹਦਾ ਇੱਕ ਐਂਡ ਪੁਆਇੰਟ ਜਿਹੜਾ ਉਹ ਕੀ ਹੁੰਦਾ ਹੈ ਜੀ, ਫਿਕਸਡ। ਇਸ ਲਈ ਇਹਨੂੰ ਕਿਹਾ ਗਿਆ ਕਿ ਇਹਦਾ ਇੱਕ 1 ਇਨੀਸ਼ੀਅਲ ਪੁਆਇੰਟ ਹੁੰਦਾ ਹੈ। ਠੀਕ ਹੈ ਜੀ। ਸੋ ਆਪਾਂ ਹੁਣ ਅੱਗੇ ਦੇਖਦੇ ਹਾਂ। ਸੋ ਇਸ ਤੋਂ ਅੱਗੇ ਜਿਹੜੇ ਹੈ ਕਿ ਮੇਨ ਜਿਹੜੀਆਂ ਆਪਾਂ ਲਾਈਨਸ ਔਰ ਦੇਖ ਰਿਹਾ ਹੈ ਕਿ ਕੁਲੀਨੀਅਰ ਪੁਆਇੰਟਸ ਕਿਹੜੇ ਹੁੰਦੇ ਨੇ, ਨੋਨ ਕੁਲੀਨੀਅਰ ਪੁਆਇੰਟਸ ਕਿਹੜੇ ਹੁੰਦੇ ਨੇ। ਸੋ ਉਸ ਤੋਂ ਅੱਗੇ ਜੀ ਐਂਗਲਸ ਆ ਜਾਂਦੇ ਨੇ ਕਿ ਐਂਗਲਸ ਕੀ ਹੁੰਦੇ ਨੇ। ਠੀਕ ਹੈ, ਸੋ ਦੇਖੋ ਸਾਡੇ ਕੋਲ ਕੋਈ ਇੱਕ ਲਾਈਨ ਹੈ, ਦੇਖੋ। ਠੀਕ ਹੈ, ਅਗਰ ਅਸੀਂ ਇਹਦੀ ਇੱਕ ਪੈਰਲਰ ਕੋਈ ਐਸੀ ਲਾਈਨ ਹੈ, ਠੀਕ ਹੈ, ਜਦ ਅਸੀਂ ਇਹੀ ਲਾਈਨ ਹੈ, ਠੀਕ ਹੈ, ਅਗਰ ਇਸ ਲਾਈਨ ਦੇ ਵਿੱਚ ਕੋਈ ਸਲੋਪ ਆ ਜਾਵੇ, ਠੀਕ ਹੈ, ਮਤਲਬ ਸਪੋਜ਼ ਕਰੋ ਇੱਕ ਲਾਈਨ ਹੈ, ਅਗਰ ਅਸੀਂ ਇਸ ਲਾਈਨ ਨੂੰ ਥੋੜ੍ਹਾ ਜਿਹਾ ਅਪਲਿਫਟ ਕਰਦੇ ਹਾਂ, ਠੀਕ ਹੈ, ਦੇਖੋ ਮੰਨ ਲਓ ਹੁਣ ਇਹ ਲਾਈਨ ਹੈ, ਹੁਣ ਇਹ ਲਾਈਨ ਨੂੰ ਅਸੀਂ ਮੰਨ ਲਓ ਕੋਈ ਅਪਲਿਫਟ ਕਰਦੇ ਹਾਂ ਤਾਂ ਸਾਡੇ ਕੋਲ ਦੇਖੋ ਇੱਕ ਆਹ ਲਾਈਨ ਬਣ ਜਾਂਦੀ ਹੈ। ਮੰਨ ਲਓ ਅਗਰ ਮੈਨੂੰ ਪੂਰਾ ਹੀ ਡਰਾ ਕਰ ਦੇਣਾ, ਠੀਕ ਹੈ, ਮਤਲਬ ਦੇਖੋ ਆਪਾਂ ਇਹ ਲਾਈਨ ਨੂੰ ਅਪਲਿਫਟ ਕੀਤਾ, ਠੀਕ ਹੈ, ਤਾਂ ਸਾਡੇ ਕੋਲ ਇੱਦਾਂ ਕੁਛ ਪੁਆਇੰਟ ਬਣ ਗਿਆ। ਦੇਖੋ ਹੁਣ ਇਹ ਜਿਹੜਾ ਲਾਈਨ ਹੈ ਆਪਾਂ ਥੋੜ੍ਹੀ ਅਪਲਿਫਟ ਕੀਤੀ ਹੈ, ਇਹਦੀ ਇੱਕ ਸਲੋਪ ਬਣ ਗਈ ਹੈ, ਢਲਾਨ ਬਣ ਗਈ। ਤੁਸੀਂ ਆਹ ਦੇਖ ਸਕਦੇ ਨਾ, ਆਹ ਜਿਹੜੀ ਸਾਰੀ ਇਹ ਕੀ ਹੈ ਜੀ, ਢਲਾਨ ਹੈ ਇਹ। ਠੀਕ ਹੈ, ਮਤਲਬ ਜਿੱਥੇ ਢਲਾਨ ਆ ਜਾਵੇ ਇਹਦਾ ਮਤਲਬ ਉੱਥੇ ਹਮੇਸ਼ਾ ਐਂਗਲ ਹੋਵੇਗਾ। ਸੋ ਆਹ ਵਾਲਾ ਜਿਹੜਾ ਕੀ ਹੋ ਗਿਆ ਜੀ, ਐਂਗਲ ਹੋ ਗਿਆ। ਠੀਕ ਹੈ, ਮੈਂ ਇੱਕ ਵਾਰ ਦੁਬਾਰਾ ਦੱਸ ਦਿੰਦਾ, ਸਾਡੇ ਕੋਲ ਕੋਈ ਵੀ ਲਾਈਨ ਹੈ, ਅਗਰ ਇਸ ਲਾਈਨ ਨੂੰ ਅਸੀਂ ਕੋਈ ਵੀ ਥੋੜ੍ਹੀ ਲਾਈਨ ਨੂੰ ਅਪਲਿਫਟ ਕਰਦੇ ਹਾਂ, ਅਪਲਿਫਟ ਕਰਨ 'ਤੇ ਕੀ ਹੁੰਦਾ ਹੈ ਜੀ, ਇਹਦੇ ਵਿੱਚ ਕੋਈ ਸਲੋਪ ਆਉਂਦੀ ਹੈ, ਔਰ ਜਿੱਥੇ ਸਲੋਪ ਹੋਵੇ ਤਾਂ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਜਿਹੜਾ ਐਂਗਲ ਹੈ ਉਹ ਜ਼ਰੂਰ ਹੋਵੇਗਾ। ਠੀਕ ਹੈ ਜੀ। ਸੋ ਦੇਖੋ ਐਂਗਲ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਐਂਗਲ ਹੁੰਦੇ ਨੇ ਜੀ ਐਕਿਊਟ ਐਂਗਲ ਸਭ ਤੋਂ ਪਹਿਲਾਂ, ਠੀਕ ਹੈ ਜੀ, ਐਕਿਊਟ,
फिर किहड़ा हुंदा है जी ऑबट्यूस हुंदा है, ठीक है जी। राइट एंगल भी हुंदा है, ठीक है जी। एक इहदे विच रिफ्लैक्स एंगल भी एक कह दिंदे आ जी, ठीक है जी। रिफ्लैक्स एंगल वो भी मैं दसांगा। देखो एक्यूट एंगल किहड़े हुंदे आ जी, जिहड़े लैस दैन 90 होण, मतलब 10 डिग्री 20 डिग्री 30 डिग्री 40 डिग्री, मतलब 90 तो जिहड़े नीचे ने वो सारे किहड़े हुंदे ने जी एक्यूट, ठीक है। और ऑबट्यूज किहड़े हुंदे ने, ऑबट्यूस हुंदे ने जिहड़े 180 तो घट हुंदे ने, लैस दैन 180, ठीक है। लैस दैन 180 पर ग्रेटर दैन 90, ठीक है जी। तो बस ये याद रखना है कि 90 तक ऑबट्यूस एक्यूट होंगे ने, 90 तो 180 तक ऑबट्यूस होंगे ने। और राइट एक एंगल जोड़ा होंगे, राइट एंगल ट्रायंगल की होंगे कि वो होंगे 90 डिग्री, ठीक है। जो आप अगे पढ़ांगे, ठीक है। मेन तुसी ये याद रखो एक्यूट और ऑबट्यूस, ठीक है। रिफ्लैक्स किहड़ा हो जाता जी, रिफ्लैक्स नूं आपां जे इत्थे देख लैंदे आ, रिफ्लैक्स एंगल होंगे आ कि जड़े मतलब 180 तो उपर चल जाते हैं, मतलब 180 तो जड़े जाके 360 तक रेंदे आ, इन्हों रिफ्लैक्स आप तां कह दिंदे आ, ठीक है। इन्हों रिफ्लैक्स आप इसलिए कहने, देखो जो असी एंगल्स बनाने कोई भी, देखो ठीक है, देखो आह वाला एंगल है, हुण ये एंगल देखो जिहड़ा इत्थे तक है वो हुंदा है 180, ठीक है। जिहड़ा नीचे तक असी पूरा देखिए ये भी 180 हुंदा है। सो जिहड़ा पूरा एंगल है, पूरा एंगल ये कितना हुंदा है जी 360, ठीक है। सो जो उपर वाला एंगल है ये 180 है, ठीक है। ये एक्यूट और ऑबट्यूस दोनों बन जाते हैं, पर जो इतों नीचे शुरू हो जाते हैं, मतलब जो असी 270 तो 360 तक जाते हैं, इन्हों आप रिफ्लैक्स एंगल्स कह दें। क्यों? क्योंकि देखो ये लाइन है ये बिल्कुल नीचे होंगे ने, आप जे समझने लई करिए कि उन्होंने एक रिफ्लैक्शन होंगी है, परछाई, ठीक है जी। सो इन्हों आप कह दें रिफ्लैक्स, ठीक है जी। इस तो अगे आप देखते हैं, इस तो अगे जी एक टर्म आती है वो देखो एंगल्स आप देख ले, हुण इस तो अगे एक आती है जी इस तो अगे आ जाते हैं एडजैसेंट एंगल्स, ठीक है। एडजैसेंट एंगल्स किहड़े हुंदे आ, सो जिहड़े एडजैसेंट एंगल्स हुंदे ने वो आप सिंपल आप समझिए कि टू एंगल्स इन अ प्लेन आर सैड टू बी एडजैसेंट इफ दे हैव अ कॉमन वर्टेक्स, ठीक है जी। वो दो वो मतलब आप कह सकते हैं कि वो एंगल्स, ठीक है, कोई प्लेन के उत्ते दो एंगल्स ने, ठीक है। अगर वो दो जोड़े एंगल है वो कॉमन वर्टेक्स जो शेयर कर रहे हैं, ठीक है, कॉमन उन्होंने आर्म्स ने, ठीक है, तो वो की ने एडजैसेंट एंगल्स ने। देखो जिमें आ एक पॉइंट है, आ पॉइंट तो मतलब आ देखो आ पॉइंट तो एक एंगल बन रहा है, ठीक है। मतलब देखो ये एक सेम वर्टेक्स तो इनू आप वर्टेक्स कह दें, सेम वर्टेक्स तो देखो ये दो बन रहे हैं, मतलब इनू ए नाम दे दिए, बी दे दिए, मतलब ए बी मतलब इनू ओ नाम दे दें। देखो ओ ए और ओ बी ये किहड़े हो गए जी एडजैसेंट एंगल्स हो गए। क्यों? क्योंकि ये सेम वर्टेक्स तो जिहड़े बन रहे हैं, ठीक है जी। सो एडजैसेंट तो बाद जिहड़ा अगला आंदे वो आ जाते जी वर्टिकली ओपोजिट एंगल्स, ठीक है। एडजैसेंट होंगे जिन्हें कॉमन होंगे, हुण वर्टिकली जिहड़े ओपोजिट वर्टिकली ओपोजिट एंगल किहड़े हुंदे आ कि सिंपल याद रखना है एडजैसेंट के उल्ट होंगे ने, जिन्हां दे विच नो कॉमन वर्टेक्स, जदों जिहड़ा वर्टेक्स कॉमन है नहीं हुंदा, ठीक है। सो वर्टिकली ओपोजिट एंगल जिमें साडे को देखो आ एक लाइन है, सो आ एक है, ये की हो जाते देखो ये कॉमन वर्टेक्स कोई नहीं हैगा, इक्को पॉइंट तो ये शुरू नहीं हुए, आ इत्थों शुरू होया है लाइन, ठीक है, आ लाइन इत्थों शुरू हुई है, ठीक है। सो इस दे विच जिहड़े है ये किहड़े हुंदे आ वर्टिकली ओपोजिट एंगल, मतलब कि अगर असी देखो आ अगर एंगल 1 है और आ एंगल 2 है, सो ये दोनों जिहड़े इक्वल होणगे, ठीक है। एक वर्टिकल जिहड़े ओपोजिट एंगल ने उन्हां दी एक की है जी प्रॉपर्टी है, ठीक है। सो उस तो अगे आ जाते जी कॉम्प्लीमेंट्री और सप्लीमेंट्री, कॉम्प्लीमेंट्री एंगल्स और सप्लीमेंट्री एंगल्स।
ਸੋ ਸਿੰਪਲ ਯਾਦ ਰੱਖਣਾ ਹੈ ਜੀ, ਕੰਪਲੀਮੈਂਟਰੀ ਜਿਹੜੇ ਐਂਗਲਸ ਹੁੰਦੇ ਨੇ ਉਹ ਕੀ ਹੁੰਦੇ ਨੇ? ਟੂ ਐਂਗਲਸ ਹੂਜ਼ ਸਮ ਇਜ਼ 90 ਡਿਗਰੀ। ਮਤਲਬ ਇੱਦਾਂ ਦੇ ਜਿਹੜੇ ਐਂਗਲਸ ਜਿਨ੍ਹਾਂ ਦਾ ਜਿਹੜਾ ਸਮ ਹੈ ਉਹ ਕਿੰਨਾ ਹੁੰਦਾ ਹੈ ਜੀ? 90 ਡਿਗਰੀ ਹੁੰਦਾ ਹੈ। ਠੀਕ ਹੈ ਜੀ। ਸੋ ਜਿਹੜਾ ਸਪਲੀਮੈਂਟਰੀ ਹੁੰਦਾ ਹੈ ਉਹਦੇ ਵਿੱਚ ਜਿਹੜੇ ਦੋ ਐਂਗਲਸ ਨੇ ਉਹਨਾਂ ਦਾ ਜਿਹੜਾ ਸਮ ਕਿੰਨਾ ਹੁੰਦਾ ਹੈ ਜੀ? ਉਹ ਹੁੰਦਾ ਹੈ ਜੀ 180। ਠੀਕ ਹੈ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿ ਕੰਪਲੀਮੈਂਟਰੀ ਐਂਗਲਸ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਸਮ ਹੁੰਦਾ ਹੈ ਜੀ 90 ਡਿਗਰੀ, ਔਰ ਸਪਲੀਮੈਂਟਰੀ ਐਂਗਲਸ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਸਮ ਕਿੰਨਾ ਹੁੰਦਾ ਹੈ ਜੀ? 180 ਡਿਗਰੀ। ਠੀਕ ਹੈ ਜੀ। ਸੋ ਇਸ ਤੋਂ ਅੱਗੇ ਦੇਖੋ, ਇਸ ਤੋਂ ਅੱਗੇ ਜਿਹੜੀ ਆਉਂਦੀ ਹੈ ਜੀ ਜਿਹੜੀ ਟਰਮ ਉਹ ਆਉਂਦੀ ਹੈ ਟਰਾਂਸਵਰਸਲ ਲਾਈਨ। ਸੋ ਦੇਖੋ ਟਰਾਂਸਵਰਸਲ ਲਾਈਨ ਕਿਹੜੀ ਹੁੰਦੀ ਹੈ? ਠੀਕ ਹੈ ਜੀ। ਅ ਲਾਈਨ ਵਿਚ ਇੰਟਰਸੈਕਟ ਟੂ ਔਰ ਮੋਰ ਲਾਈਨਸ ਇਨ ਅ ਪਲੇਨ। ਠੀਕ ਹੈ। ਮਤਲਬ ਕਿ ਦੇਖੋ ਕੋਈ ਵੀ ਦੋ ਲਾਈਨਸ ਨੇ, ਠੀਕ ਹੈ, ਮਤਲਬ ਕਿ ਲਾਈਨ ਵਿਚ ਇੰਟਰਸੈਕਟ ਟੂ ਮੋਰ ਲਾਈਨਸ। ਦੇਖੋ ਇਹ ਦੋ ਲਾਈਨਸ ਨੇ, ਠੀਕ ਹੈ। ਅਗਰ ਕਹਿੰਦੇ ਕੋਈ ਇੱਕ ਲਾਈਨ ਦੋ ਜਾਂ ਦੋ ਤੋਂ ਵੱਧ ਲਾਈਨਸ ਹੋਣ ਕਿਸੇ ਪਲੇਨ 'ਤੇ, ਅਗਰ ਉਹ ਉਹਨਾਂ ਨੂੰ ਇੰਟਰਸੈਕਟ ਕਰ ਰਹੀ ਹੈ ਤਾਂ ਉਹ ਲਾਈਨ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਟਰਾਂਸਵਰਸਲ ਲਾਈਨ। ਮਤਲਬ ਦੇਖੋ ਆਹ ਸਾਡੇ ਕੋਲ ਦੋ ਲਾਈਨ ਨੇ, ਦੇਖੋ A ਔਰ B ਸਾਡੇ ਕੋਲ ਦੋ ਕੋਈ ਲਾਈਨਸ ਨੇ, ਇਹਨਾਂ ਨੂੰ ਕੋਈ ਤੀਜੀ ਲਾਈਨ ਇੰਟਰਸੈਕਟ ਕਰ ਰਹੀ ਹੈ। ਸੋ ਜਿਹੜੀ ਇਹ ਲਾਈਨ ਹੈ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਇਹਨੂੰ ਹੀ ਅਸੀਂ ਟਰਾਂਸਵਰਸਲ ਲਾਈਨ ਕਹਿ ਦਿੰਦੇ ਹਾਂ। ਠੀਕ ਹੈ ਜੀ। ਸੋ ਇਹਨੂੰ ਤੁਸੀਂ ਯਾਦ ਰੱਖਣਾ ਹੈ ਕਿ ਅ ਲਾਈਨ ਵਿਚ ਇੰਟਰਸੈਕਟ ਟੂ ਔਰ ਮੋਰ ਲਾਈਨਸ ਇਨ ਅ ਪਲੇਨ, ਠੀਕ ਹੈ, ਇਜ਼ ਕਾਲਡ ਟਰਾਂਸਵਰਸਲ ਲਾਈਨ। ਠੀਕ ਹੈ ਜੀ। ਸੋ ਇਹਦੇ ਵਿੱਚ ਹੀ ਦੇਖੋ ਕੁਛ ਟਰਮਸ ਆਉਂਦੀਆਂ ਨੇ, ਠੀਕ ਹੈ। ਉਹ ਕੀ ਆਉਂਦੀਆਂ ਨੇ ਉਹ ਆਪਾਂ ਇੱਕ ਵਾਰ ਉਹਦੇ 'ਤੇ ਦੇਖਾਂਗੇ ਕਿ ਅਗਰ ਦੇਖੋ ਦੋ ਲਾਈਨਸ ਨੇ ਸਾਡੇ ਕੋਲ, ਠੀਕ ਹੈ, ਦੋ ਲਾਈਨਸ ਨਾਲ ਕੀ ਹੁੰਦਾ ਹੈ ਕਿ ਅਗਰ ਇਸ ਨੂੰ ਕੋਈ ਤੀਸਰੀ ਲਾਈਨ ਜਿਹੜੀ ਹੈ ਉਹ ਕੀ ਕਰ ਰਹੀ ਹੈ? ਦੇਖੋ ਉਹਨੂੰ ਇੰਟਰਸੈਕਟ ਕਰ ਰਹੀ ਹੈ। ਹੁਣ ਦੇਖੋ ਆਪਾਂ ਹੁਣੇ ਪੜ੍ਹ ਕੇ ਹਟੇ ਕਿ ਜਿਹੜੀ ਇੰਟਰਸੈਕਟ ਕਰ ਰਹੀ ਉਹ ਕਿਹੜੀ ਹੁੰਦੀ ਹੈ ਜੀ? ਟਰਾਂਸਵਰਸਲ ਲਾਈਨ। ਠੀਕ ਹੈ। ਹੁਣ ਦੇਖੋ ਉਹ ਕਹਿੰਦੇ ਆ ਕਿ ਮੰਨ ਲਓ ਇਹਨੂੰ ਆਪਾਂ ਨਾਮ ਵੀ ਦੇ ਦਿੰਦੇ ਹਾਂ, ਠੀਕ ਹੈ। ਹੁਣ ਉਹ ਕਹਿੰਦੇ ਆ ਕਿ ਅਗਰ ਦੋ ਪੈਰਲਲ ਲਾਈਨਸ, ਮਤਲਬ ਜਿਹੜੀ A ਔਰ B ਇਹ ਦੋਨੋਂ ਪੈਰਲਲ ਲਾਈਨਸ ਨੇ, ਠੀਕ ਹੈ, ਇਹਨਾਂ ਨੂੰ ਜਦੋਂ ਕੋਈ ਟਰਾਂਸਵਰਸਲ ਲਾਈਨ ਹੈ ਜਿਹੜੀ ਉਹ ਇੰਟਰਸੈਕਟ ਕਰਦੀ ਹੈ ਤਾਂ ਜਿਹੜੇ ਇਹਨਾਂ ਦੇ ਕੋਰੈਸਪੋਂਡਿੰਗ ਐਂਗਲਸ ਹੁੰਦੇ ਨੇ ਉਹ ਕੀ ਹੁੰਦੇ ਨੇ? ਇਕੁਅਲ ਹੁੰਦੇ ਨੇ। ਦੇਖੋ ਹੁਣ ਇੱਥੇ ਸਾਨੂੰ ਇਹ ਅਸੀਂ ਦੇਖਣਾ ਹੈ ਕਿ ਕੋਰੈਸਪੋਂਡਿੰਗ ਜਿਹੜੇ ਐਂਗਲਸ ਨੇ ਉਹ ਕਿਹੜੇ ਹੁੰਦੇ ਨੇ। ਠੀਕ ਹੈ ਜੀ। ਸੋ ਕੋਰੈਸਪੋਂਡਿੰਗ ਐਂਗਲਸ ਦੇਖੋ ਕਿਹੜੇ ਹੁੰਦੇ ਆ? ਸੋ ਕੋਰੈਸਪੋਂਡਿੰਗ ਐਂਗਲਸ ਉਹ ਹੁੰਦੇ ਆ ਜਿਹੜੇ ਕਿ ਟਰਾਂਸਵਰਸਲ ਲਾਈਨ ਦੇ ਨਾਲ ਹੀ ਲਾਈ ਕਰਦੇ ਆ। ਇੱਕ ਵਾਰ ਮੈਂ ਫਿਰ ਰਿਪੀਟ ਕਰਾਂ ਕਿ ਜਿਹੜੇ ਕੋਰੈਸਪੋਂਡਿੰਗ ਐਂਗਲਸ ਕਿਹੜੇ ਹੁੰਦੇ ਆ? ਕਿ ਜਿਹੜੇ ਟਰਾਂਸਵਰਸਲ ਲਾਈਨ ਦੇ ਨਾਲ ਹੀ ਲਾਈ ਕਰਦੇ ਆ ਔਨ ਦਾ ਸੇਮ ਸਾਈਡ, ਔਨ ਦਾ ਸੇਮ ਸਾਈਡ। ਦੇਖੋ ਜਿਵੇਂ ਕਿ ਇੱਥੇ ਮੰਨ ਲਓ ਸਾਡੇ ਕੋਲ ਇੱਥੇ ਕੋਈ ਐਂਗਲ ਨੰਬਰ 1 ਹੈ, ਠੀਕ ਹੈ, ਔਰ ਇਹ ਸਾਡੇ ਕੋਲ ਐਂਗਲ ਨੰਬਰ 2 ਹੈ। ਇਹ ਐਂਗਲ ਨੰਬਰ ਸਾਡੇ ਕੋਲ 3 ਹੈ ਔਰ ਇਹ ਐਂਗਲ ਨੰਬਰ ਸਾਡੇ ਕੋਲ ਕੀ ਹੈ? 4। ਠੀਕ ਹੈ ਜੀ। 1 2 3 ਔਰ 4। ਸੋ ਦੇਖੋ ਜਿਹੜੇ ਐਂਗਲ 1 ਨੇ ਨਾ, ਐਂਗਲ 1 ਔਰ ਐਂਗਲ 3 ਇਕੁਅਲ ਹੋਣਗੇ, ਐਂਗਲ 2 ਔਰ ਐਂਗਲ 4 ਇਕੁਅਲ ਹੋਣਗੇ, ਕਿਉਂਕਿ ਇਹ ਕਿਹੜੇ ਨੇ? ਇਹ ਨੇ ਜੀ ਕੋਰੈਸਪੋਂਡਿੰਗ ਐਂਗਲਸ ਨੇ, ਕਿਉਂਕਿ ਇਹ ਸੇਮ ਸਾਈਡ 'ਤੇ ਲਾਈ ਕਰ ਰਹੇ ਨੇ। ਠੀਕ ਹੈ ਨਾ। ਦੇਖੋ ਜਿਹੜਾ ਇਹ A ਆ, ਮਤਲਬ ਜਿਹੜਾ ਐਂਗਲ 1 ਆ ਔਰ ਐਂਗਲ 3 ਆ, ਇਹ ਦੇਖੋ ਦੋਨੋਂ ਸੇਮ ਸਾਈਡ 'ਤੇ ਆ ਔਰ ਸੇਮ ਟਰਾਂਸਵਰਸਲ ਲਾਈਨ ਦੇ ਨਾਲ ਲਾਈ ਕਰ ਰਹੇ ਆ। ਠੀਕ ਹੈ। ਸੋ ਐਂਗਲ 1 ਔਰ 3 ਔਰ ਐਂਗਲ 2 ਔਰ 4, ਦੇਖੋ ਐਂਗਲ 1 ਔਰ ਐਂਗਲ 2 ਨਹੀਂ ਕਦੀ ਵੀ ਭੁੱਲ ਕੇ ਕਹਿਣਾ। ਠੀਕ ਹੈ। ਕਿਉਂ? ਕਿਉਂਕਿ ਉਹ ਸੇਮ ਸਾਈਡ 'ਤੇ ਨਹੀਂ ਹੈ। ਐਂਗਲ ਜਿਹੜਾ 1 ਹੈ ਦੇਖੋ ਇਹ ਲੈਫਟ ਸਾਈਡ 'ਤੇ ਆ ਔਰ 2 ਰਾਈਟ 'ਤੇ ਆ। ਆਪਾਂ ਗੱਲ ਕੀਤੀ ਕਿ ਜਿਹੜੀ ਟਰਾਂਸਵਰਸਲ ਲਾਈਨ ਦੇ ਨਾਲ ਲਾਈ ਕਰਦੇ ਹੋਣ ਬਟ ਔਨ ਦਾ ਸੇਮ ਸਾਈਡ। ਠੀਕ ਹੈ। ਸੋ 1 ਇਹਨੂੰ ਆਪਾਂ ਕਦੀ ਵੀ ਭੁੱਲ ਕੇ ਨਹੀਂ ਮੰਨਣਾ ਕਿ 1 ਔਰ 2 ਇਹ ਕਦੀ ਵੀ ਇਕੁਅਲ ਨਹੀਂ ਹੋਣਗੇ। ਸੋ ਇਕੁਅਲ ਜਿਹੜੇ ਹੋਣਗੇ ਉਹ ਕਿਹੜੇ ਹੋਣਗੇ? ਐਂਗਲ 1 ਇਕੁਅਲ ਟੂ ਐਂਗਲ 3। ਠੀਕ ਹੈ ਜੀ। ਸੋ ਇਹ ਹੁੰਦੇ ਨੇ ਕੋਰੈਸਪੋਂਡਿੰਗ ਐਂਗਲਸ। ਠੀਕ ਹੈ। ਦੇਖੋ ਇਸ ਤੋਂ ਬਾਅਦ ਇੱਕ ਆ ਜਾਂਦੇ ਆ ਜੀ, ਇਸ ਤੋਂ ਬਾਅਦ ਇੱਕ ਆ ਜਾਂਦੇ ਨੇ ਆਲਟਰਨੇਟ ਐਂਗਲਸ। ਸੋ ਆਲਟਰਨੇਟ ਐਂਗਲਸ ਕਿਹੜੇ ਹੁੰਦੇ ਆ? ਦੇਖੋ ਸੇਮ ਐਜ਼ ਇਟ ਇਜ਼ ਸਾਡੇ ਕੋਲ ਦੋ ਲਾਈਨਸ ਨੇ,
ठीक है जी। उन्होंने की कर रही है जी, कोई एक लाइन जी है वो इंटरसैक्ट कर रही है, ठीक है। आप नाम दे दें ए बी कोई लाइन है, ठीक है। हुण देखो ये जोड़े ऑल्टरनेट एंगल्स ने वो किहड़े होणगे, देखो अगर देखो ए साडे को जिहड़ा एंगल 1 है, ठीक है, और साडे को ए एंगल की है जी 2। सो एंगल 1 इक्वल टू एंगल 2 ये किहड़े होणगे जी, ऑल्टरनेट, ये होणगे ऑल्टरनेट एंगल्स। सो जी ये डेफिनेशन है, ये की हुंदा है कि एंगल्स दैट अकर ऑन ओपोजिट साइड ऑफ द ट्रांसवर्सल लाइन, ठीक है। देखो ਜਿਹੜੇ ਕੋਰਸਪੋਂਡਿੰਗ एंगल ਸੀਗੇ ਉਹ ਕੀ ਸੀਗੇ ਕਿ ਔਨ ਦਾ ਸੇਮ ਲਾਈਨ, ਠੀਕ ਹੈ। ਤੇ ਜਿਹੜੀ ਆਲਟਰਨੇਟ ਐਂਗਲਸ ਨੇ ਉਹ ਕੀ ਕਹਿੰਦੇ ਨੇ ਕਿ ਐਂਗਲਸ ਦੈਟ ਅਕਰ ਔਨ ਓਪੋਜ਼ਿਟ ਸਾਈਡ ਆਫ ਦਾ ਟਰਾਂਸਫਰ ਲਾਈਨ ਦੇ ਓਪੋਜ਼ਿਟ ਵਾਲੇ ਪਾਸੇ। ਜਿਵੇਂ ਆ ਦੇਖੋ ਜਿਹੜਾ ਇਹ 1 ਹੈ, ਦੇਖੋ ਇਹ ਲੈਫਟ ਸਾਈਡ ਤੇ ਹੈ, ਪਰ ਜਿਹੜਾ 2 ਹੈ ਉਹ ਉਹਦੇ ਦੂਸਰੀ ਵਾਲੀ ਸਾਈਡ ਤੇ, ਠੀਕ ਹੈ। ਸੋ ਇਹ ਵਾਲੇ ਜਿਹੜੇ ਐਂਗਲਸ ਹੁੰਦੇ ਨੇ ਉਹ ਐਂਗਲਸ ਕਿਹੜੇ ਹੁੰਦੇ ਨੇ, ਆਲਟਰਨੇਟ ਐਂਗਲਸ, ਠੀਕ ਹੈ ਜੀ। ਸੋ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਸੋ ਇਹਦੇ ਵਿੱਚ ਜਿਹੜੇ ਕਈ ਵਾਰ ਬਹੁਤ ਸਿੰਪਲ ਜਿਹੜੇ ਕੁਐਸਚਨਸ ਨੇ, ਕਈ ਵਾਰ ਉਹ ਮਤਲਬ ਇਹਦੇ ਵਿੱਚੋਂ ਸਾਨੂੰ ਜਿਹੜੇ ਪੁੱਛ ਲਏ ਜਾਂਦੇ ਨੇ। ਜਿਵੇਂ ਕਿ ਅਗਰ ਅਸੀਂ ਇਹਦੇ ਵਿੱਚ ਇੱਕ ਕੁਐਸਚਨ ਅਸੀਂ ਦੇਖੀਏ ਕਿ ਕੁਐਸਚਨ ਹੋਵੇ ਕਿ ਵਨ ਆਫ ਦਾ ਕੰਪਲੀਮੈਂਟਰੀ एंगल्स ऑफ 35 डिग्री इज़, कहते कि 35 डिग्री का जोड़ा कॉम्पलीमेंटरी एंगल आ वो किहड़ा होगा। देखो इतने इन्हें ऑप्शन दसिया ने, ऑप्शन एक है 45 डिग्री, ऑप्शन बी है 35 डिग्री, ऑप्शन सी है 55 डिग्री और ऑप्शन डी है 75 डिग्री। सो देखो इसका की आंसर होगा कि वन ऑफ द कॉम्पलीमेंटरी एंगल ऑफ 35 डिग्री इज़। देखो हुण सानू असीं हुणे कॉम्पलीमेंटरी वाला पढ़ के हटे, सानू ये पता है कि जिहड़े कॉम्पलीमेंटरी है उहदा जिहड़ा सम कितना हुंदा है जी, वो हुंदा है 90 डिग्री, ठीक है। हुण अगर वो सानू कॉम्पलीमेंटरी पुछदे ने कि 35 दा, सो उहदा जिहड़ा साडे को आंसर है वो साडे को की बनेगा। देखो सम ऑफ 2 एंगल्स हुंदे है कॉम्पलीमेंटरी दे, किहदे इक्वल हुंदे 90 दे। सो असीं देखो सानू पता है कि एक एंगल सानू पता है 35 इन्होंने गिवन है, असी दूजे नू एक्स मान के असी उन्होंने की कर देंगे 90 दे इक्वल, क्योंकि कॉम्पलीमेंटरी जिहड़ा सम है वो 90 डिग्री हुंदा है, ठीक है। हुण इत्थों अगर असी एक्स की वैल्यू कढ़ देंगे, सो आंसर की आ जाएगा 90 चों 35 अगर असी माइनस कर देंगे तो साडे को कितना आंसर आ जाएगा। देखो 10 चों 5 गए 5 और उधर बच गया जी 8, 8 चों 3 गए 5, मतलब 55 डिग्री जड़ा है वो साडा की आ जाएगा जी आंसर, मतलब ऑप्शन नंबर सी साडा सही आंसर होगा, ठीक है। सो ऐदा दे मतलब ये तो सिंपल बेसिक क्वेश्चनस ने जिहड़े वो पुछदे ने। सो ऐदा ही पुछ एक क्वेश्चन वो पुछ सकते हैं, देखो ऐदा कि विच पेयर ऑफ, या इसनूं ऐदा पुछ सकते हैं वो कई बार कि विच इज़ पेयर ऑफ सप्लीमेंटरी एंगल्स, ठीक है। उन्होंने देखो ऑप्शन की दित्तियां ने, ऑप्शन दित्तियां ने कि 120 और 40 डिग्री, बी ऑप्शन उन्हें दिती है जी 130 डिग्री और 40 डिग्री, ऑप्शन सी दिती है उन्हें जी 130 डिग्री और 50 डिग्री, और ऑप्शन जी उन्हें डी दिती है वो दिती है 140 डिग्री और 20 डिग्री। देखो हुण पूछ रहा है की पूछ रहा है वो कहता कि विच इज़ द पेयर ऑफ सप्लीमेंटरी। हुण सानू सप्लीमेंटरी का पता है कि सप्लीमेंटरी का जिहड़ा सम है वो कितना हुंदा है जी 180। हुण असीं सिंपल ऑप्शनस देखना है कि 2 एंगल्स दित्ते ने सारे, किन्हां नूं ऐड करके 180 बन रहे। देखो इनू ऐड करके कितना बन रहा है जी 160, मतलब ये आंसर गलत है। बी ऑप्शन ये कितना बन रहा है जी 170, मतलब ये भी गलत है। सी ऑप्शन कितना बन रहा है देखो जी, ठीक है, ये बन रहा है जी 180, और देखो ये की बन रहा है 160, सो ये भी गलत। थोड़ा आंसर जोड़ा वो की होया सी, क्योंकि इन्हों का सम कितना बन रहा है जी 180, ठीक है जी। सो उम्मीद है कि ये तुहानूं जिहड़ा है
ਕਲੀਅਰ ਜਿਹੜਾ ਤੁਹਾਨੂੰ ਹੋ ਜਾਏਗਾ। ਠੀਕ ਹੈ, ਸੋ ਇਹਦੇ ਵਿੱਚ ਜਿਹੜੇ ਹੋਰ ਜਿਹੜੇ ਇਹਦੇ ਵਿੱਚੋਂ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ ਉਹ ਕਿਹੜੇ ਪੁੱਛੇ ਜਾਂਦੇ ਨੇ। ਸੋ ਆਪਾਂ ਲਾਈਨ, ਪੁਆਇੰਟ ਔਰ ਇਹਨਾਂ ਦੇ ਬਾਰੇ, ਐਂਗਲਸ ਦੇ ਬਾਰੇ ਗੱਲ ਕਰ ਲਈ। ਠੀਕ ਹੈ, ਇਹਦੇ ਨਾਲ ਹੀ ਜੀ ਅੱਗੇ ਆ ਜਾਂਦੇ ਟ੍ਰਾਇੰਗਲ ਆ ਜਾਂਦੇ ਆ। ਠੀਕ ਹੈ, ਟ੍ਰਾਇੰਗਲ ਆ ਗਏ। ਹੁਣ ਦੇਖੋ ਟ੍ਰਾਇੰਗਲ ਕੀ ਆ, ਟ੍ਰਾਇੰਗਲ ਕਲੋਜ਼ਡ ਸਰਫੇਸ ਆ। ਠੀਕ ਹੈ, obtained by joining 3 known collinear points। ਦੇਖੋ ਕੋਈ ਵੀ ਪਲੇਨ ਆ, ਇਹਦੇ 'ਤੇ ਕੋਈ ਵੀ ਅਸੀਂ 3 ਪੁਆਇੰਟ ਅਸੀਂ ਅਗਰ ਇੱਥੇ ਡਰੋ ਕਰ ਦਈਏ। ਠੀਕ ਹੈ, ਇਹ ਹੁਣ ਦੇਖੋ 3 ਪੁਆਇੰਟ ਨੋਨ ਕੋਲੀਨੀਅਰ ਪੁਆਇੰਟ ਆ, ਮਤਲਬ ਇਹ ਲਾਈਨ 'ਚ ਨਹੀਂ ਹੈਗੇ। ਠੀਕ ਹੈ, ਸੋ ਟ੍ਰਾਇੰਗਲ ਦੀ ਇਹੀ ਡੈਫੀਨੇਸ਼ਨ ਆ ਕਿ ਕਲੋਜ਼ਡ ਫਿਗਰ obtained by joining 3 known collinear points is called a triangle। ਮਤਲਬ ਕਿ ਦੇਖੋ ਅਗਰ ਅਸੀਂ ਇਹਨਾਂ ਨੂੰ ਜੁਆਇਨ ਕਰਾਂਗੇ ਨੋਨ ਕੋਲੀਨੀਅਰ ਪੁਆਇੰਟਸ ਨੂੰ ਤਾਂ ਸਾਡੇ ਕੋਲ ਕੀ ਬਣ ਜਾਏਗਾ, ਟ੍ਰਾਇੰਗਲ। ਸੋ ਇਹੀ ਇਹਦੀ ਜਿਹੜੀ ਹੈ ਡੈਫੀਨੇਸ਼ਨ ਨੇ। ਠੀਕ ਹੈ, ਸੋ ਜਿਹੜਾ ਟ੍ਰਾਇੰਗਲ ਹੈ ਇਹਦੀ ਜਿਹੜੀ 3 ਮੇਨ ਪ੍ਰੋਪਰਟੀਜ਼ ਆਪਾਂ ਕਹਿ ਲਈਏ ਜਾਂ ਆਪਾਂ ਇੱਕ ਪੁਆਇੰਟਸ ਕਹਿ ਲਈਏ, ਉਹ ਕੀ ਨੇ ਕਿ ਟ੍ਰਾਇੰਗਲ ਦੀਆਂ 3 ਸਾਈਡਸ ਹੁੰਦੀਆਂ ਨੇ। ਠੀਕ ਹੈ, 3 ਸਾਈਡਸ ਹੁੰਦੀਆਂ ਨੇ। ਸੋ 3 ਹੀ ਐਂਗਲਸ ਹੁੰਦੇ ਨੇ ਔਰ 3 ਹੀ ਵਰਟੈਕਸ ਹੁੰਦੇ ਨੇ। ਠੀਕ ਹੈ ਜੀ, ਬਸ ਇੰਨੀ ਕਿ ਆਪਾਂ ਇਹਦੇ ਵਿੱਚ ਮਾੜੀ ਜਿਹੀ ਚੀਜ਼ ਜਿਹੜੀ ਹੈ ਯਾਦ ਰੱਖਣੀ ਹੈ। ਠੀਕ ਹੈ, ਸੋ ਜਿਹੜੇ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਟਾਈਪ ਆਫ ਟ੍ਰਾਇੰਗਲਸ, ਟਾਈਪ ਆਫ ਟ੍ਰਾਇੰਗਲਸ। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ 3 ਤਰ੍ਹਾਂ ਦੇ ਟ੍ਰਾਇੰਗਲ ਨੇ। ਇੱਕ ਟ੍ਰਾਇੰਗਲ ਨੇ ਕਿ ਜਿਹਦੇ ਵਿੱਚ ਇੱਕ ਟ੍ਰਾਇੰਗਲ ਦੀਆਂ ਜਿਹੜੀਆਂ 3 ਸਾਈਡਸ ਆ। ਠੀਕ ਹੈ, 3 ਸਾਈਡਸ ਹੀ ਜਿਹੜੀਆਂ ਇਕੁਅਲ ਹੋਣ, ਤਿੰਨੋਂ ਸਾਈਡਾਂ ਇਕੁਅਲ ਹੋਣ। ਮੰਨ ਲਓ ਸਾਡੇ ਕੋਲ ਟ੍ਰਾਇੰਗਲ ਹੈ। ਠੀਕ ਹੈ, ਇਹਦੇ ਵਿੱਚ ਜਿਹੜੀਆਂ ਇਹਦੀਆਂ ਤਿੰਨੋਂ ਸਾਈਡਾਂ ਜਿਹੜੀਆਂ ਇਕੁਅਲ ਹੋਣ, ਉਹ ਆਪਾਂ ਜਿਹੜੇ ਟ੍ਰਾਇੰਗਲ ਨੂੰ ਆਪਾਂ ਕੀ ਕਹਾਂਗੇ, ਉਹ ਕਹਾਂਗੇ ਆਪਾਂ ਇਕੁਈਲੇਟਰਲ ਟ੍ਰਾਇੰਗਲ। ਠੀਕ ਹੈ ਜੀ, ਉਹਨੂੰ ਆਪਾਂ ਕੀ ਕਹਾਂਗੇ, ਇਕੁਈਲੇਟਰਲ ਟ੍ਰਾਇੰਗਲ। ਸੋ ਇਹਦੇ ਵਿੱਚ ਹੀ ਅਗਰ ਕਿਸੇ ਟ੍ਰਾਇੰਗਲ ਦੇ ਵਿੱਚ 2 ਸਾਈਡਸ ਇਕੁਅਲ ਨੇ, ਕਿਸੇ ਟ੍ਰਾਇੰਗਲ ਦੇ ਵਿੱਚ ਮੰਨ ਲਓ 2 ਸਾਈਡਸ ਇਕੁਅਲ ਨੇ, ਤਾਂ ਉਹ ਵੇਲੇ ਅਸੀਂ ਇੱਥੇ ਆਪਾਂ ਲਿਖ ਦਿੰਦੇ ਹਾਂ ਕਿ 2 ਸਾਈਡਸ ਇਕੁਅਲ। ਜਿਹਦੇ ਵਿੱਚ 2 ਸਾਈਡਸ ਇਕੁਅਲ ਹੋਣਗੇ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਹਨੂੰ ਆਪਾਂ ਕਹਿ ਦਿੰਦੇ ਹਾਂ ਆਈਸੋਲੈਸ ਟ੍ਰਾਇੰਗਲ। ਠੀਕ ਹੈ, ਸੋ ਇਸੇ ਤਰ੍ਹਾਂ ਅਗਰ ਸਾਡੇ ਕੋਲ ਕੋਈ ਟ੍ਰਾਇੰਗਲ ਹੈ ਜਿਹਦੀਆਂ ਤਿੰਨੋਂ ਸਾਈਡਸ ਹੀ ਡਿਫਰੈਂਟ ਨੇ। ਠੀਕ ਹੈ, ਤਿੰਨੋਂ ਸਾਈਡਸ ਨਹੀਂ, 3 ਸਾਈਡਸ ਅਨਇਕੁਅਲ ਆਪਾਂ ਕਹਿ ਲਈਏ। ਠੀਕ ਹੈ, ਤਿੰਨੋਂ ਸਾਈਡਸ ਹੀ ਅਨਇਕੁਅਲ ਹੋਣ, ਉਸ ਅਸੀਂ ਟ੍ਰਾਇੰਗਲ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਉਹਨੂੰ ਆਪਾਂ ਕਹਿ ਦਿੰਦੇ ਹਾਂ ਸਕੈਲਨ ਟ੍ਰਾਇੰਗਲ। ਠੀਕ ਹੈ ਜੀ, ਸੋ ਇਹ ਜਿਹੜੀਆਂ ਤਿੰਨੇ ਟਾਈਪਸ ਨੇ ਇਹ ਤੁਸੀਂ ਯਾਦ ਰੱਖਣੀਆਂ ਨੇ। ਠੀਕ ਹੈ, ਸੋ ਇਹਦੇ ਵਿੱਚ ਕਈ ਵਾਰ ਇੱਦਾਂ ਵੀ ਪੁੱਛ ਲੈਂਦੇ ਆ ਕਿ ਐਕਿਊਟ ਟ੍ਰਾਇੰਗਲ ਕਿਹੜਾ ਹੁੰਦਾ ਵਾ, ਓਬਟਿਊਸ ਟ੍ਰਾਇੰਗਲ ਕਿਹੜਾ ਹੁੰਦਾ। ਸੋ ਕੋਈ ਵੀ ਇੱਦਾਂ ਦਾ ਜਿਹੜਾ ਟ੍ਰਾਇੰਗਲ ਹੈ, ਜਿਵੇਂ ਕਿ ਆਪਾਂ ਉਹ ਤੋਂ ਪਹਿਲਾਂ ਇਹ ਦੇਖ ਲਈਏ ਕਿ ਸਾਡੇ ਕੋਲ ਕੋਈ ਟ੍ਰਾਇੰਗਲ ਹੈ। ਠੀਕ ਹੈ, ਜਿਹੜੇ ਟ੍ਰਾਇੰਗਲ ਦੇ ਐਂਗਲਸ ਨੇ ਇਹਨਾਂ ਦਾ ਜਿਹੜਾ ਸਮ ਹੁੰਦਾ ਹੈ ਉਹ 180 ਡਿਗਰੀ ਹੁੰਦਾ ਹੈ। ਮਤਲਬ ਅਗਰ ਸਾਡੇ ਕੋਲ ਇੱਥੇ 1 2 ਔਰ 3 ਐਂਗਲ ਹੈ, ਸੋ ਇਹਨਾਂ ਤਿੰਨਾਂ ਦਾ ਸਮ ਜਿਹੜਾ 180 ਡਿਗਰੀ ਦੇ ਬਰਾਬਰ ਹੁੰਦਾ ਹੈ। ਸੋ ਇਹਦੇ ਵਿੱਚੋਂ ਕੋਈ ਵੀ ਇੱਕ ਐਂਗਲ, ਠੀਕ ਹੈ, ਅਗਰ ਤਾਂ ਉਹ ਐਕਿਊਟ ਹੈ, ਕੋਈ ਵੀ ਇੱਕ ਐਂਗਲ ਹੈ ਇਹਦੇ ਵਿੱਚੋਂ ਕੋਈ ਐਕਿਊਟ ਹੋਵੇ ਤਾਂ ਉਹਨੂੰ ਆਪਾਂ ਐਕਿਊਟ ਐਂਗਲ ਕਹਿ ਦੇਵਾਂਗੇ, ਐਕਿਊਟ ਟ੍ਰਾਇੰਗਲ ਕਹਿ ਦੇਵਾਂਗੇ। ਠੀਕ ਹੈ, ਅਗਰ ਉਹਦੇ ਵਿੱਚ ਕੋਈ ਵੀ ਇੱਦਾਂ ਦਾ ਟ੍ਰਾਇੰਗਲ ਹੈ, ਅਗਰ ਉਸ ਦਾ ਜਿਹੜਾ ਐਂਗਲ ਹੈ ਉਹ ਕਿੰਨਾ ਹੈ, ਓਬਟਿਊਸ ਹੈ, ਮਤਲਬ 90 ਡਿਗਰੀ ਤੋਂ ਉੱਪਰ ਹੈ। ਠੀਕ ਹੈ, ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਹਨੂੰ ਆਪਾਂ ਓਬਟਿਊਸ ਕਹਿ ਦਿੰਦੇ ਹਾਂ। ਠੀਕ ਹੈ ਜੀ, ਸੋ ਇਹਦੇ ਵਿੱਚ ਇੱਦਾਂ ਹੀ ਹੈ, ਇੱਕ ਟ੍ਰਾਇੰਗਲ ਆਉਂਦਾ ਜਿਹਦੇ ਵਿੱਚ ਇੱਕ ਐਂਗਲ ਜਿਹੜਾ 90 ਡਿਗਰੀ ਦਾ ਹੋ ਜਾਂਦਾ, ਉਹ ਕਿਹੜਾ ਹੁੰਦਾ ਹੈ ਜੀ, ਉਹ ਹੁੰਦਾ ਹੈ ਰਾਈਟ ਐਂਗਲ ਟ੍ਰਾਇੰਗਲ। ਠੀਕ ਹੈ, ਇੰਨਾ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ। ਠੀਕ ਹੈ, ਬਸ ਇੱਕ ਵਾਰ ਅਸੀਂ ਕੀ ਕਰ ਰਹੇ ਹਾਂ, ਜਸਟ ਰਿਵਾਈਜ਼ ਕਰ ਰਹੇ ਹਾਂ। ਠੀਕ ਹੈ, ਤਾਂ ਕਿ ਜਿਹੜੀ ਸਾਡੀ ਬੇਸਿਕ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਜਿਹੜੀ ਭੁੱਲ ਕੇ ਵੀ ਗਲਤੀ ਨਾ ਹੋਵੇ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਹੈ ਕਿ ਅਗਰ ਸਾਡੇ ਸਿੰਪਲ ਬੇਸਿਕ ਵਾਲੇ ਦੇ ਵਿੱਚੋਂ ਸਾਡੀ ਕੋਈ ਗਲਤੀ ਨਿਕਲ ਆਵੇ ਨਾ, ਤਾਂ ਸਾਨੂੰ ਫਿਰ ਘਰ ਆ ਕੇ ਜਦੋਂ ਦੇਖਦੇ ਹਾਂ ਹੈ ਨਾ ਕਿ ਉਹ ਕਿੱਦਾਂ ਕਰਨਾ ਸੀ, ਅਤੇ ਅਸੀਂ ਦੇਖਦੇ ਹਾਂ ਕਿ ਇਹ ਤਾਂ ਇੱਕ ਲਾਈਨ ਦਾ ਸਮ ਸੀ, ਤਾਂ ਮਤਲਬ ਸਾਨੂੰ ਬੜਾ ਅਜੀਬ ਲੱਗਦਾ ਹੈ ਨਾ।
ਸੋ ਇੰਨਾ ਕੌਨਫੀਡੈਂਸ ਜਿਹੜਾ ਲੂਜ਼ ਹੈ ਉਹ ਕੋਈ ਸਾਡਾ ਔਖਾ ਸਮ ਗਲਤ ਹੋ ਜਾਵੇ ਉਦੋਂ ਨਹੀਂ ਹੁੰਦਾ, ਕਿ ਜਿੰਨਾ ਸਾਡਾ ਕੌਨਫੀਡੈਂਸ ਲੂਜ਼ ਉਦੋਂ ਹੁੰਦਾ ਹੈ ਕਿ ਜਦੋਂ ਕੋਈ ਸਿੰਪਲ ਜਿਹੜਾ ਸਮ ਹੈ ਸਾਡੇ ਕੋਲ ਉਹਦੇ ਵਿੱਚ ਜਿਹੜੀ ਗਲਤੀ ਹੋ ਜਾਵੇ। ਠੀਕ ਹੈ ਨਾ ਜੀ।